ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲੈ ਜੀਓ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਆਸਾ ਸਾਸ ਕੀ ਦੁਖੀ, ਸਸੁਰ ਕੀ ਪਿਆਰੀ। ਜੇਠ ਕੇ ਨਾਮ ਡਰੋਂ ਰੇ, ਸਖੀ ਸਹੇਲੀ ਨਨਦ ਗਹੇਲੀ। ਦੇਵਰ ਕੈ ਬਿਰਹੈ ਜਰੋਂ ਰੇ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ। ਕਿਨ ਵਿਦ ਰਹਿ ਨ ਰਹੋ ਰੇ, ਸੇਜੈ ਰਮਤ ਨੈਣ ਨੀ ਪੇਖੋ। ਏ ਦੁਖ ਕਾ ਸੋ ਕਹੋ ਰੇ ਰਹਾਉ। ਬਾਵ ਸਾਵਕਾ ਕਰੈ ਲੜਾਈ, ਮਾਇਆ ਸਦਮਤ ਵਾਰੀ। ਬੜੇ ਭਾਈ ਕੇ ਜਬ ਸੰਗ ਹੋਤੀ, ਤਬ ਹੋ ਨਾ ਪਿਆਰੀ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਅੱਜ ਦਾ ਜੋ ਪਾਵਨ ਸ਼ਬਦ ਵਿਚਾਰ ਅਧੀਨ ਹੈ, ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 482 ਤੇ ਇਹ ਸ਼ਬਦ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਗੁਰਮੁਖ ਦੀ ਅਵਸਥਾ ਨੂੰ ਬਿਆਨ ਕਰਦੇ ਹਨ ਔਰ ਅਖੀਰ ਦੇ ਵਿੱਚ ਜਾ ਕੇ ਮਨਮੁਖ ਦੀ ਅਵਸਥਾ ਨੂੰ ਵੀ ਬਿਆਨ ਕੀਤਾ ਹੈ। ਜਦੋਂ ਕੋਈ ਵੀ ਸਾਧਨਾ ਕਰਨ ਵਾਲਾ ਗੁਰਮੁਖ ਆਪਣੇ ਅੰਦਰ ਦੀ ਖੋਜ ਕਰਦਾ ਹੈ ਤੇ ਫਿਰ ਲੱਗਦਾ ਹੈ ਪਤਾ ਕਿ ਜੀਵ ਅਤੇ ਪਰਮਾਤਮਾ ਦੇ ਮਿਲਾਪ ਵਿੱਚ ਕਿਹੜੀਆਂ ਵੱਡੀਆਂ ਰੁਕਾਵਟਾਂ ਖੜੀਆਂ ਹਨ। ਬਾਹਰੋਂ ਆਪਾਂ ਨੂੰ ਉਹ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਅੰਦਰ ਖੋਜ ਕਰਾਂਗੇ, ਇਸ ਮਾਰਗ 'ਤੇ ਚੱਲਾਂਗੇ, ਫਿਰ ਪਤਾ ਲੱਗਦਾ ਹੈ। ਜਿਵੇਂ ਆਪਾਂ ਕੋਈ ਗੁਣ ਸਿੱਖਣਾ ਹੈ, ਕੋਈ ਕਲਾ ਸਿੱਖਣੀ ਹੈ, ਆਪਾਂ ਨੇ ਸਾਹਮਣੇ ਕੋਈ ਉਸ ਕਲਾ ਦਾ ਪ੍ਰਦਰਸ਼ਨ ਕਰੇ, ਆਪਾਂ ਨੂੰ ਲੱਗਦਾ ਸੌਖੀ ਜੀ ਗੱਲ ਹੈ। ਪਰ ਜਦੋਂ ਆਪਾਂ ਆਪ ਉਹ ਕਲਾ ਸਿੱਖੀਏ ਫਿਰ ਪਤਾ ਲੱਗੇਗਾ ਵੀ ਉਹ ਕਲਾ ਕਿੰਨੀ ਔਖੀ ਹੈ, ਉਹਦੇ ਵਿੱਚ ਕਿੰਨੀਆਂ ਰੁਕਾਵਟਾਂ ਨੇ।
ਮੰਨ ਲਓ ਜਿਵੇਂ ਆਪਣੇ ਸਾਹਮਣੇ ਰਾਗੀ ਸਿੰਘ ਕੀਰਤਨ ਕਰਦੇ ਨੇ, ਢਾਡੀ ਵਾਰਾਂ ਦੁਆਰਾ ਗੁਰੂ ਦਾ ਜਸ ਕਰਦੇ ਨੇ, ਸੂਰਮਿਆਂ ਦਾ ਜਸ ਕਰਦੇ ਨੇ, ਜਾਂ ਜਿਵੇਂ ਦਾਸ ਕਥਾ ਦੀ ਸੇਵਾ ਕਰਦਾ ਹੈ। ਹੋਰ ਵੀ ਜੋ ਆਪਾਂ ਕਿਸੇ ਵੀ ਤਰ੍ਹਾਂ ਦੀ ਦੁਨੀਆ ਵਿੱਚ ਕਲਾ ਹੈ ਉਹ ਦੇਖਣ ਨੂੰ ਸੌਖੀ ਲੱਗਦੀ ਹੈ, ਪਰ ਜਦੋਂ ਉਸ ਨੂੰ ਆਪਾਂ ਆਪ ਅਪਣਾਈਏ ਫਿਰ ਪਤਾ ਲੱਗਦਾ ਹੈ ਵਿੱਚ ਇਹਦੇ ਵਿੱਚ ਰੁਕਾਵਟਾਂ ਕੀ ਨੇ। ਇਸੇ ਤਰ੍ਹਾਂ ਗੁਰਮੁਖੋ ਆਪਾਂ ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਗੱਲ ਕਰਦੇ ਹਾਂ ਬੜਾ ਸੌਖੇ ਜਿਹੇ ਤਰੀਕੇ ਨਾਲ, ਪਰ ਜਦੋਂ ਆਪ ਉਸ ਮਾਰਗ 'ਤੇ ਚੱਲਾਂਗੇ ਫਿਰ ਪਤਾ ਲੱਗਦਾ ਹੈ ਕਿ ਅਧਿਆਤਮਕ ਮਾਰਗ ਵਿੱਚ ਕਿੰਨੀਆਂ ਰੁਕਾਵਟਾਂ ਹਨ। ਗੁਰੂ ਸਾਹਿਬਾਨ ਅਤੇ ਜਿੰਨੇ ਵੀ ਭਗਤ ਨੇ ਸਾਰਿਆਂ ਨੇ ਬੜੇ ਸੌਖੇ ਤਰੀਕੇ ਦੇ ਨਾਲ ਸਾਨੂੰ ਉਹ ਸਮਝਾਇਆ ਹੈ ਕਿ ਅਧਿਆਤਮਕ ਮਾਰਗ ਵਿੱਚ ਕਿਵੇਂ ਰੁਕਾਵਟਾਂ ਆਉਂਦੀਆਂ ਨੇ ਅਤੇ ਉਹਨਾਂ ਨੂੰ ਦੂਰ ਕਰਨ ਦਾ ਤਰੀਕਾ ਕੀ ਹੈ, ਔਰ ਪ੍ਰਮਾਣ ਕਿਹੜੇ ਵਰਤੇ ਨੇ। ਪ੍ਰਮਾਣ ਜਿਹੜੇ ਸਾਡੇ ਨਿੱਜ ਦੀ ਜ਼ਿੰਦਗੀ ਦੇ ਵਿੱਚ ਦੇਖਣ ਨੂੰ, ਸੁਣਨ ਨੂੰ, ਸਾਡੇ ਜੀਵਨ ਦੇ ਵਿੱਚ ਜੋ ਹੁੰਦਾ ਹੈ ਉਹੀ ਪ੍ਰਮਾਣ ਵਰਤ ਕੇ ਸਾਨੂੰ ਅਧਿਆਤਮਕ ਦਾ ਖੋਜੀ ਬਣਾਇਆ ਹੈ, ਸਾਨੂੰ ਪਰਮਾਤਮਾ ਨਾਲ ਜੋੜਿਆ ਹੈ। ਜਿਵੇਂ ਵੇਖੋ ਸਾਡਾ ਨਿੱਜੀ ਜਿਹੜਾ ਪਰਿਵਾਰ ਦਾ ਜੀਵਨ ਹੈ ਉਹਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਸਾਡੇ ਪਰਿਵਾਰਕ ਮੈਂਬਰ ਹਨ ਅਤੇ ਸਾਡੇ ਕਿਸੇ ਨੌਜਵਾਨ ਬੱਚੇ ਦਾ, ਲੜਕੇ ਦਾ ਵਿਆਹ ਹੋਇਆ, ਘਰ ਦੇ ਵਿੱਚ ਨਵੀਂ ਬਹੂ ਆਈ ਹੈ। ਹੁਣ ਉਹ ਕੋਈ ਪਰਿਵਾਰ ਹੁੰਦਾ ਜਿਹੜਾ ਠੀਕ ਹੁੰਦਾ ਹੈ, ਬਿਰਲਾ, ਨਹੀਂ ਤਾਂ ਉਹ ਸਾਰੇ ਪਰਿਵਾਰ ਦੇ ਵਿੱਚ ਕੁਝ ਸੰਬੰਧ ਐਸੇ ਹੁੰਦੇ ਨੇ ਵੀ ਇਹ ਜਿਹੜੀ ਨਵੀਂ ਬਹੂ ਆਈ ਹੈ ਇਹ ਸਾਡੀ ਗੁਲਾਮ ਹੈ ਅਤੇ ਇਹ ਸਾਡਾ ਹਰ ਇੱਕ ਕਹਿਣਾ ਮੰਨੇ, ਪਹਿਲਾਂ ਸਾਡੀ ਗੱਲ ਨੂੰ ਤਰਜੀਹ ਦੇਵੇ, ਹੋਰ ਗੱਲ ਬਾਅਦ ਵਿੱਚ। ਪਰ ਉਹ ਚਾਹੁੰਦੀ ਹੈ ਕਿ ਮੈਂ ਆਪਣਾ ਵੱਧ ਤੋਂ ਵੱਧ ਸਮਾਂ ਆਪਣੇ ਪਤੀ ਨਾਲ ਬਿਤਾਵਾਂ, ਕਿਉਂਕਿ ਉਹਦਾ ਵਿਆਹ ਹੋਇਆ ਨਵਾਂ ਅਤੇ ਉਹਦੇ ਮਨ ਦੀ ਇੱਛਾ ਹੈ, ਉਹਦੇ ਮਨ ਦੀਆਂ ਸੱਧਰਾਂ ਨੇ, ਉਹਦੇ ਮਨ ਦਾ ਚਾਅ ਹੈ ਕਿ ਮੈਂ ਆਪਣੇ ਪਤੀ ਦੇ ਕੋਲ ਬੈਠਾਂ, ਉਹਦੇ ਨਾਲ ਕੋਈ ਗੱਲਬਾਤ ਕਰਾਂ ਔਰ ਉਹਦੇ ਨਾਲ ਜੀਵਨ ਦੇ ਵਿੱਚ ਵਿਚਰਾਂ ਅਤੇ ਜੀਵਨ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਾਂ। ਪਰ ਘਰ ਦੇ ਜਿਹੜੇ ਹੋਰ ਮੈਂਬਰ ਨੇ ਉਹਨਾਂ ਵਿੱਚੋਂ ਖਾਸ ਕਰਕੇ ਸੱਸ, ਸਹੁਰਾ, ਜੇਠ ਅਤੇ ਨਨਾਣਾ, ਇਹ ਚਾਰ ਰਿਸ਼ਤੇ ਬੜੇ ਖਤਰਨਾਕ ਦਿਖਾਈ ਦਿੰਦੇ ਨੇ। ਸਾਡਾ ਪਰਿਵਾਰਕ ਜੀਵਨ ਵੀ ਦੱਸੋ, ਵੇਖੋ ਗੁਰਬਾਣੀ ਵੀ ਦੱਸ ਦਿੱਤਾ ਵੀ ਵੇਖੋ ਪਰਿਵਾਰਕ ਜੀਵਨ ਕੈਸਾ ਬਣਿਆ ਹੋਇਆ ਹੈ। ਇੱਦਾਂ ਚਾਹੀਦਾ ਨਹੀਂ, ਪਰ ਪਰਿਵਾਰਕ ਜੀਵਨ ਜੇ ਆਪਾਂ ਅਸਲ ਵਿੱਚ ਦੇਖੀਏ ਤਾਂ ਇਸੇ ਤਰ੍ਹਾਂ ਦਾ ਹੈ। ਸੱਸ ਹੈ, ਸਹੁਰਾ ਹੈ, ਜੇਠ ਹੈ ਔਰ ਨਨਾਣਾ, ਇਹ ਚਾਰ ਰਿਸ਼ਤੇ ਐਸੇ ਨੇ ਜਿਹੜੇ ਕਹਿੰਦੇ ਵੀ ਜਿਹੜੀ ਬਹੂ ਆਈ ਹੈ ਉਹ ਸਾਡੇ ਅੱਗੇ ਇੱਕ ਮਾੜਾ ਜਿੰਨਾ ਵੀ ਨਾਹ ਦਾ ਸਿਰ ਨਾ ਫੇਰੇ, ਆਪਣੇ ਹੋਰ ਸਾਰੇ ਕੰਮ ਛੱਡ ਕੇ, ਈਵਨ ਆਪਣੇ ਪਤੀ ਵਾਲਾ ਵੀ ਕੰਮ ਵਿੱਚੇ ਛੱਡ ਕੇ ਪਹਿਲਾਂ ਸਾਡੀ ਗੱਲ ਮੰਨੇ। ਪਰ ਇੱਕ ਹੋਰ ਵੀ ਪਿਆਰਾ ਰਿਸ਼ਤਾ ਹੈ, ਉਹ ਹੈ ਦੇਵਰ ਦਾ ਰਿਸ਼ਤਾ। ਦੇਵਰ ਦੇ ਨਾਲ ਅਕਸਰ ਜਿਹੜੀ ਭਰਜਾਈ ਹੈ ਉਹ ਆਪਣਾ ਦੁੱਖ ਸੁੱਖ ਸਾਂਝੀ ਕਰ ਲੈਂਦੀ ਹੈ। ਦੇਵਰ ਦਾ ਰਿਸ਼ਤਾ ਬੜਾ ਪਿਆਰਾ ਹੈ, ਉਹਨੂੰ ਝਿੜਕ ਵੀ ਲੈਂਦੀ ਹੈ। ਨਾ ਤਾਂ ਸੱਸ ਨੂੰ ਕੁਝ ਆਖ ਸਕਦੀ, ਨਾ ਸਹੁਰੇ ਨੂੰ, ਨਾ ਜੇਠ ਨੂੰ, ਅਤੇ ਨਨਾਣ ਨੂੰ ਤੇ ਝਿੜਕਣ ਦਾ ਜਿਹੜਾ ਹੈ ਉਹ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਜੇ ਨਨਾਣ ਨੂੰ ਕੁਝ ਕਹਿ ਤਾ ਤਾਂ ਉਹਨੇ ਘਰ ਵਿੱਚ ਮਹਾਭਾਰਤ ਸ਼ੁਰੂ ਕਰਾ ਦੇਣੀ ਹੈ। ਦੇਵਰ ਦਾ ਰਿਸ਼ਤਾ ਐਸਾ ਹੈ ਕਿ ਉਹ ਬੜਾ ਪਿਆਰਾ ਰਿਸ਼ਤਾ ਹੈ। ਉਹਨਾਂ ਰਿਸ਼ਤਿਆਂ ਦਾ ਆਧਾਰ ਬਣਾ ਕੇ ਭਗਤ ਕਬੀਰ ਸਾਹਿਬ ਸਾਨੂੰ ਪਰਮਾਰਥ ਦੀ ਸੋਝੀ ਦੇ ਰਹੇ ਨੇ ਕਿ ਬਿਲਕੁਲ ਦੇਖੋ ਜਿਵੇਂ ਬਾਹਰ ਸੰਸਾਰ ਵਿੱਚ ਘਰਾਂ ਵਿੱਚ ਇਹ ਕੁਝ ਹੁੰਦਾ ਹੈ ਨਾ, ਅਤੇ ਇਸੇ ਤਰ੍ਹਾਂ ਸਾਡੇ ਅੰਦਰ ਦੀ ਬਿਰਤੀ ਦੇ ਵਿੱਚ ਜਿਹੜੀ ਸਾਡੀ ਅੰਦਰਲੀ ਬਿਰਤੀ ਹੈ ਉਹਦੇ ਵਿੱਚ ਵੀ ਬਿਲਕੁਲ ਇਹੀ ਕੁਝ ਹੋ ਰਿਹਾ ਹੈ।
ਤੋ ਭਗਤ ਕਬੀਰ ਸਾਹਿਬ ਜੀ ਜਿਸ ਤਰ੍ਹਾਂ ਹੁਣ ਬਾਣੀ ਦੇ ਦੁਆਰਾ ਸਾਡੇ 'ਤੇ ਕਿਰਪਾ ਕਰ ਰਹੇ ਨੇ, ਆਓ ਸਤਿਗੁਰੂ ਮੈਂ ਰਾਮਤ ਕਰਨ, ਕਿਉਂਕਿ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਸਮਝਣਾ ਬੜਾ ਔਖਾ ਹੁੰਦਾ ਹੈ। ਤੋ ਸਤਿਗੁਰੂ ਮੈਂ ਰਾਮਤ ਕਰਨ, ਇਸ ਸ਼ਬਦ ਦੀ ਸਾਨੂੰ ਸੋਝੀ ਬਖਸ਼ਿਸ਼ ਕਰਨ। ਬਾਣੀ ਦੇ ਵਿਚਾਰ ਨਾਲ ਜੁੜੀਏ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਆਸਾ ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋਂ ਰੇ। ਸੱਸ ਜਿਹੜੀ ਹੈ ਅਵਿਦਿਆ, ਜਿਹੜੀ ਅਵਿਦਿਆ ਬੇਸਮਝੀ ਹੈ, ਉਹ ਬੜੀ ਦੁਖੀ ਕਰਦੀ ਹੈ। ਜਿਵੇਂ ਸੱਸ ਨੂੰਹ ਨੂੰ ਟੇਕੇ ਨਹੀਂ ਨਾ ਬੈਠਣ ਦਿੰਦੀ, ਇਸੇ ਤਰ੍ਹਾਂ ਅਵਿਦਿਆ ਵੀ ਸਾਨੂੰ ਸਮਾਧੀ ਵਿੱਚ ਨਹੀਂ ਜਾਣ ਦਿੰਦੀ। ਜਿਹੜੀ ਬੇਸਮਝੀ ਹੈ, ਅਗਿਆਨਤਾ ਹੈ, ਉਹ ਸਾਨੂੰ ਸਮਾਧੀ ਵਿੱਚ ਨਹੀਂ ਜਾਣ ਦਿੰਦੀ, ਟੇਕੇ ਨਹੀਂ ਬੈਠਣ ਦਿੰਦੀ। ਜੀਵ ਆਪਾਂ ਪਾਠ ਕਰਨ ਵੀ ਬੈਠੀਏ ਅਤੇ ਜਿਹੜੀ ਅਵਿਦਿਆ ਹੈ, ਮਾਇਆ ਹੈ, ਇਹ ਸਾਨੂੰ ਭਜਾਉਂਦੀ ਹੈ। ਸਾਡੀ ਬਿਰਤੀ ਨੂੰ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਚਲੀ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਨੇ ਕਿ ਜਿਹੜੀ ਅਵਿਦਿਆ ਬੇਸਮਝੀ ਹੈ, ਇਹ ਹਰ ਇੱਕ ਜੀਵ ਨੂੰ ਬੜਾ ਦੁਖੀ ਕਰ ਰਹੀ, ਹਰ ਇੱਕ ਜੀਵ ਆਤਮਾ ਨੂੰ ਬੜਾ ਦੁਖੀ ਕਰ ਰਹੀ ਹੈ। ਸਸੁਰ ਕੀ ਪਿਆਰੀ, ਅਤੇ ਇਸ ਕਰਕੇ ਜਿਹੜਾ ਸਹੁਰਾ ਕੀ ਹੈ, ਉਹ ਹੈ ਦੇਹ ਦਾ ਅਧਿਆਸ, ਦੇਹ ਦੀ ਪਕੜ, ਕਿ ਸਾਨੂੰ ਦੇਹ ਦਾ ਬੜਾ ਮੋਹ ਆਉਂਦਾ ਹੈ, ਦੇਹ ਦੇ ਨਾਲ ਸਾਡੀ ਬੜੀ ਪਕੜ ਹੈ। ਵਾ ਜਿਹੜਾ ਸਹੁਰਾ ਹੈ, ਉਹ ਜਦੋਂ ਘਰ ਵਿੱਚ ਆਉਂਦਾ, ਉਹਦੀ ਇਹੀ ਮੰਗ ਹੁੰਦੀ ਵੀ ਨੂੰਹ ਮੈਨੂੰ ਕੁਝ ਖਾਣ ਨੂੰ ਦੇ ਦੇਵੇ, ਕੋਈ ਜਲ ਪਾਣੀ ਛਕਣ ਨੂੰ ਦੇ ਦੇਵੇ, ਉਹਦੀ ਇਹੀ ਮੰਗ ਹੈ। ਇਸ ਕਰਕੇ ਉਹ ਨੂੰਹ ਨੂੰ ਪਿਆਰ ਕਰਦਾ ਵੀ ਚਲੋ ਇਹ ਉਹ ਆਵਾਜ਼ ਮਾਰੇਗਾ, ਪੁੱਤ ਮੈਨੂੰ ਪਾਣੀ ਦੇ, ਮੈਨੂੰ ਚਾਹ ਦੇ, ਮੈਨੂੰ ਰੋਟੀ ਦੇ। ਇਸੇ ਤਰ੍ਹਾਂ ਸਾਡਾ ਜਿਹੜਾ ਸਰੀਰ ਦਾ ਦੇਹ ਅਧਿਆਸ ਹੈ, ਮੰਗਦਾ ਹੈ ਵੀ ਮੈਨੂੰ ਰੋਟੀ ਦਿਓ ਖਾਣ ਨੂੰ, ਮੈਨੂੰ ਸੁਣਨ ਵਾਸਤੇ ਇਹ ਕੁਝ ਚਾਹੀਦਾ ਹੈ। ਸਾਡੀ ਆਤਮਾ ਨੂੰ ਆਵਾਜ਼ ਮਾਰਦਾ ਹੈ ਦੇਹ ਦਾ ਅਧਿਆਸ ਕਿ ਮੈਂ ਹੁਣ TV ਵੇਖਣਾ, ਮੈਂ ਕਰਨਾ ਹੈ, ਅਤੇ ਜੀਵ ਆਤਮਾ ਉਸੇ ਪਾਸੇ ਲੱਗ ਜਾਂਦੀ ਹੈ। ਜੇਠ ਕੇ ਨਾਮ ਡਰੋਂ ਰੇ, ਜੇਠ ਦਾ ਰਿਸ਼ਤਾ ਵੀ ਬੜਾ ਖਤਰਨਾਕ ਹੈ। ਭੈਣਾਂ ਬੀਬੀਆਂ ਨੂੰ ਜ਼ਿਆਦਾ ਪਤਾ ਹੈ। ਜੇਠ ਹਰ ਸਮੇਂ ਦਬਕਾ ਮਾਰ ਕੇ ਰੱਖਦਾ ਹੈ ਨੂੰਹ ਨੂੰ, ਛੋਟੀ ਭਰਜਾਈ ਨੂੰ ਰੋਹ ਪਾ ਕੇ ਰੱਖਦਾ ਹੈ ਕਿ ਤੁਸੀਂ ਮੇਰੇ ਗੁਲਾਮ ਹੋ, ਜਿਵੇਂ ਇਸ ਤਰ੍ਹਾਂ ਉਹਦਾ ਵਰਤਾਰਾ ਹੁੰਦਾ ਹੈ। ਇੱਥੇ ਜੇਠ ਕੌਣ ਹੈ? ਧਰਮਰਾਜ, ਮੌਤ ਦਾ ਹਰ ਸਮੇਂ ਜਦੋਂ ਸਾਹਮਣੇ ਆਪਾਂ ਕਿਸੇ ਪ੍ਰਾਣੀ ਨੂੰ ਚੜ੍ਹਾਈ ਕਰਦੇ ਵੇਖਦੇ ਹਾਂ, ਸਾਨੂੰ ਵੀ ਡਰ ਲੱਗਦਾ। ਹਰ ਸਮੇਂ ਕਿਤੇ ਨਾ ਕਿਤੇ ਸੁਣਦੇ ਹਾਂ ਅਤੇ ਸਾਡੇ ਅੰਦਰ ਵੀ ਸਹਿਮ ਆਉਂਦਾ। ਜਿਵੇਂ ਜੇਠ ਘਰ ਦੇ ਵਿੱਚ ਆਵੇ ਨਾ, ਅਤੇ ਉਹ ਖੰਗੂਰਾ ਮਾਰੇ, ਅਤੇ ਛੋਟੀ ਭਰਜਾਈ ਨੂੰ ਡਰ ਲੱਗਦਾ ਵੀ ਘਰ ਵਿੱਚ ਜੇਠ ਆ ਗਿਆ ਹੈ, ਵੀ ਪਤਾ ਨਹੀਂ ਕੀ ਮੂੰਹ ਦੇ ਵਿੱਚੋਂ ਕਹਿ ਦੇਵੇ, ਕੀ ਬੋਲ ਦੇਵੇ। ਇਸੇ ਤਰ੍ਹਾਂ ਜਦੋਂ ਮੌਤ ਦਾ ਖੰਗੂਰਾ ਵੱਜਦਾ ਆਸੇ ਪਾਸੇ ਕਿਤੇ, ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਕਬੀਰ ਡੂਬੋਗੇ ਰੇ ਵਾਪਰੇ ਵੋ ਲੋਗਣ ਕੀ ਕਾਣ, ਭਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਜਦੋਂ ਕਿਤੇ ਆਂਢ ਗੁਆਂਢ ਵਿੱਚ, ਕਿਤੇ ਨਗਰ ਵਿੱਚ, ਕਿਤੇ ਦੂਰ ਸੁਣਦੇ ਹੈ ਵੀ ਉੱਥੇ ਮੌਤ ਹੋ ਗਈ ਹੈ, ਅਤੇ ਉਹ ਮੌਤ ਦਾ ਖੰਗੂਰਾ ਵੱਜਦਾ ਅਤੇ ਜੀਵ ਆਤਮਾ ਡਰ ਜਾਂਦੀ ਹੈ, ਸਹਿਮ ਜਾਂਦੀ ਵੀ ਕਿਤੇ ਮੇਰੇ ਵੱਲ ਵੀ ਨਾ ਆ ਜਾਵੇ। ਤੋ ਇਹ ਪ੍ਰਮਾਣ ਭਗਤ ਕਬੀਰ ਸਾਹਿਬ ਵੇਖੋ ਸਾਡੇ ਘਰਾਂ ਵਿੱਚ ਜੋ ਇਹਨਾਂ ਲੋਕਾਂ ਦਾ ਵਰਤਾਰਾ ਹੈ, ਉਹ ਵੀ ਨਸ਼ਰ ਕਰ ਰਹੇ ਨੇ। ਹਾਲਾਂਕਿ ਪਰਿਵਾਰ ਵਿੱਚ ਇਹ ਚੀਜ਼ ਨਹੀਂ ਚਾਹੀਦੀ, ਪਰ ਜਿਵੇਂ ਬਿਲਕੁਲ ਪਰਿਵਾਰ ਦੇ ਵਿੱਚ ਹੁੰਦਾ ਹੈ, ਨਵੀਂ ਬਹੂ 'ਤੇ ਰੋਹ ਪਾਇਆ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਸਾਡੇ ਅੰਦਰ ਦੀ ਬਿਰਤੀ ਵਿੱਚ ਵੀ ਇਹੀ ਕੁਝ ਹੋ ਰਿਹਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਸਖੀ ਸਹੇਲੀ ਨਣਦ ਗਹੇਲੀ, ਦੇਵਰ ਕੈ ਬਿਰਾਂ ਜਰਾਂ ਰੇ। ਹੇ ਮੇਰੀਓ ਸਖੀਓ ਸਹੇਲੀਓ, ਜਿਵੇਂ ਉਹ ਬੇਟੀ ਜਿਹੜੀ ਨਵੀਂ ਵਿਆਹੀ ਉਹ ਆਪਣੇ ਘਰ ਜਾਂਦੀ ਵਾਪਸ, ਅਤੇ ਉਹ ਆਪਣੀਆਂ ਸਖੀਆਂ ਸਹੇਲੀਆਂ ਨੂੰ ਦੱਸਦੀ ਵੀ ਮੇਰੀ ਸੱਸ ਬੜੀ ਕਪੱਤੀ ਹੈ,
ਮੇਰੇ ਸਹੁਰੇ ਨੂੰ ਤਾਂ ਹੋਰ ਕੋਈ ਕੰਮ ਨਹੀਂ, ਉਹ ਤਾਂ ਬਸ ਮੰਗੀ ਜਾਂਦਾ ਵੀ ਮੈਨੂੰ ਇਹ ਖਾਣ ਨੂੰ ਦੇ ਦਿਓ, ਇਹ ਦੇ ਦਿਓ। ਜਿਹੜਾ ਜੇਠ ਹੈ ਉਹ ਤਾਂ ਸਾਡੇ 'ਤੇ ਰੋਹ ਵੀ ਪਾਉਂਦਾ ਰਹਿੰਦਾ ਹੈ। ਅਤੇ ਜਿਹੜੀਆਂ ਮੇਰੀਆਂ ਨਨਾਣਾਂ ਨੇ ਉਹ ਤਾਂ ਇੰਨੀਆਂ ਗਾਫਲ ਨੇ, ਬੇਸਮਝ ਨੇ, ਕੋਈ ਗੱਲ ਕਹਿ ਦਿਓ ਅਤੇ ਬਸ ਘਰ ਵਿੱਚ ਲੜਾਈ ਦੇ ਭਾਂਬੜ ਮਚਾ ਦਿੰਦੀਆਂ ਨੇ। ਸਖੀ ਸਹੇਲੀ ਨਣਦ ਗਹੇਲੀ, ਗਹੇਲੀ ਬੇਸਮਝ ਗਵਾਰ, ਗੱਲ ਕਹੀ ਉਹ ਕੁਝ ਹੋਰ ਕਹੀ ਦੀ, ਉਹ ਕੁਝ ਹੋਰ ਸਮਝ ਬਹਿੰਦੀਆਂ ਨੇ ਅੱਗੋਂ, ਉਹ ਕੁਝ ਹੋਰ ਹੀ ਕਹਿ ਦਿੰਦੀਆਂ ਵੀ ਮੈਨੂੰ ਤਾਂ ਬਹੂ ਨੇ ਇਵੇਂ ਕਹਿ ਦਿੱਤਾ ਜੀ, ਮੈਨੂੰ ਤਾਂ ਭਰਜਾਈ ਨੇ ਇਹ ਕੁਝ ਕਹਿ ਦਿੱਤਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀਆਂ ਇਹ ਨਣਦਾਂ ਕਿਹੜੀਆਂ ਨੇ, ਇਹ ਸਾਡੀਆਂ ਜਿਹੜੀਆਂ ਇੰਦਰੀਆਂ ਨੇ, ਅੱਖਾਂ, ਕੰਨ, ਨਾਸਕਾ ਇਤਿਆਦਿਕ, ਇਹ ਸਾਡੀਆਂ ਨਨਾਣਾਂ ਨੇ ਜੀਵ ਆਤਮਾ ਦੀਆਂ। ਇਹ ਵੀ ਬੜੀਆਂ, ਇਹ ਦੇਖਦੀਆਂ ਕੁਝ ਹੋਰ ਨੇ, ਸਮਝਦੀਆਂ ਕੁਝ ਹੋਰ ਨੇ। ਜਿਹੜੀਆਂ ਅੱਖਾਂ ਕੁਝ ਹੋਰ ਸਮਝਦੀਆਂ ਨੇ, ਕੰਨ ਕੁਝ ਸੁਣਦੇ ਹੋਰ ਨੇ, ਸਮਝਦੇ ਕੁਝ ਹੋਰ ਨੇ। ਇਹਨਾਂ ਦਾ ਵਰਤਾਰਾ ਪੁੱਠਾ ਸਿੱਧਾ ਨਹੀਂ ਹੈ, ਸਾਡੀ ਆਤਮਾ ਦੇ ਪਰਥਾਏ ਨਹੀਂ ਹੈ। ਇਹ ਗਲਤ ਵੇਖਦੀਆਂ, ਹਰ ਇੱਕ ਚੀਜ਼ ਵਿੱਚ ਆਪਾਂ ਕੀ ਕਰਦੇ ਹਾਂ, ਨੁਕਸ ਕੱਢਦੇ ਹਾਂ। ਅੱਖਾਂ ਨਾਲ ਵੇਖਿਆ ਤਾਂ ਨੁਕਸ ਕੱਢਿਆ, ਕੰਨਾਂ ਨਾਲ ਸੁਣਿਆ ਤਾਂ ਨੁਕਸ ਕੱਢਿਆ, ਕਿਸੇ ਦੇ ਔਗਣਾਂ ਵਿੱਚ ਔਗਣ ਹੀ ਵੇਖਦੇ ਹਾਂ। ਤੋ ਇਸ ਤਰ੍ਹਾਂ ਇਹ ਨਣਦਾਂ ਦਾ ਵਰਤਾਰਾ ਵੀ ਉਹਨਾਂ ਨੇ ਨੁਕਸ ਹੀ ਕੱਢਣਾ, ਕੋਈ ਚੰਗੀ ਗੱਲ ਨਹੀਂ ਕਰਨੀ। ਸਾਡੀ ਆਤਮਾ ਦਾ ਇਸ ਤਰ੍ਹਾਂ ਇਹ ਦੁਸ਼ਵਾਰੀ ਕਰਦੀਆਂ ਨੇ, ਆਤਮਾ ਦੇ ਮਾਰਗ ਵਿੱਚ ਇਹ ਖੁਆਰੀ ਪੈਦਾ ਕਰਦੀਆਂ ਨੇ। ਦੇਵਰ ਕੈ ਬਿਰਹੋਂ ਜਰੋਂ ਰੇ, ਔਰ ਇੱਕ ਬੜਾ ਪਿਆਰਾ ਰਿਸ਼ਤਾ ਹੈ ਦੇਵਰ ਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਦੇਵਰ ਹੈ ਉਹ ਹੈ ਬਿਰਹੋਂ, ਵਿਛੋੜਾ। ਕਹਿੰਦੇ ਹੁਣ ਉਹ ਜਿਹੜਾ ਇਹ ਸਭ ਤੋਂ ਪਿਆਰਾ ਰਿਸ਼ਤਾ ਹੈ, ਜਿਹਦੇ ਜੀਵ ਦੇ ਅੰਦਰ ਵੈਰਾਗ ਪੈਦਾ ਹੋ ਜੇ, ਉਹ ਰੱਬ ਨੂੰ ਮਿਲਣ ਦੀ ਬੜੀ ਤੀਵਰ ਇੱਛਾ ਪੈਦਾ ਹੁੰਦੀ ਹੈ। ਪਰ ਹੁਣ ਉਹ ਅੰਦਰ ਪੈਦਾ ਨਹੀਂ ਹੋ ਰਿਹਾ। ਦੇਵਰ ਕੈ ਬਿਰਹੋਂ ਜਰੋਂ ਰੇ, ਦੇਵਰ ਕਿਤੇ ਦੂਰ ਚਲਾ ਗਿਆ। ਉਹੀ ਭਰਜਾਈ ਦੀ ਗੱਲ ਸੁਣਦਾ ਸੀ, ਉਹ ਤਾਂ ਹੁਣ ਘਰ ਦੇ ਵਿੱਚ ਹੈ ਨਹੀਂ। ਕੋਈ ਭਰਜਾਈ ਨੂੰ ਲੋੜ ਪੈ ਗਈ, ਉਹਨੇ ਕਹਿਣਾ ਵੀ ਜਾ ਆਵਾਜ਼ ਮਾਰਨੀ ਛੋਟੇ ਦੇਵਰ ਨੂੰ ਵੀ, ਜਾ ਇਹ ਚੀਜ਼ ਲੈ ਆਓ, ਭੱਜਾ ਜਾਂਦਾ ਲੈ ਆਉਂਦਾ ਘਰ ਵਿੱਚ। ਪਰ ਉਹ ਹੁਣ ਰਿਹਾ ਨਹੀਂ ਹੈ, ਉਹ ਕਿਤੇ ਦੂਰ ਚਲਾ ਗਿਆ ਹੈ। ਤੋ ਇਹਦਾ ਅਰਥ ਵਿਦਵਾਨ ਇਹ ਵੀ ਕਰਦੇ ਨੇ ਕਿ ਜਿਹੜਾ ਆਤਮਿਕ ਗਿਆਨ ਹੈ ਉਹ ਸਾਡੇ ਕੋਲ ਨਹੀਂ ਹੈ, ਕਿਉਂਕਿ ਉਹਦੇ ਨਾਲ ਹੀ ਸਾਡਾ ਜੀਵਨ ਅੱਗੇ ਚੱਲਣਾ ਸੀ। ਸਾਨੂੰ ਆਪਣੇ ਆਪ ਦੀ ਸਮਝ ਨਹੀਂ ਰਹੀ, ਆਪਣੇ ਆਪ ਦੀ ਸੋਝੀ ਨਹੀਂ ਰਹੀ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਵਿਦ ਰਹਿਣ ਰਹੋ ਰੇ। ਬਸ ਇਹਨਾਂ ਜਿਹੜੇ ਉੱਤੇ ਰਿਸ਼ਤੇ ਦੱਸੇ ਨੇ, ਸੱਸ ਸਹੁਰਾ ਜੇਠ ਨਨਾਣ, ਇਹਨਾਂ ਨੇ ਉਲਝਾ ਰਿਹਾ ਅਤੇ ਮੈਨੂੰ ਪਤੀ ਦੇ ਕੰਮ ਕਰਨਾ ਯਾਦ ਹੀ ਨਹੀਂ ਰਿਹਾ। ਪਤੀ ਵੀ ਆਵਾਜ਼ ਮਾਰ ਕੇ ਕਹਿ ਗਿਆ ਸੀ ਵੀ ਮੇਰੇ ਬਸਤਰ ਧੋ ਕੇ ਪ੍ਰੈਸ ਕਰ ਦੀ, ਇਸ ਟਾਈਮ ਆਵਾਂਗਾ, ਮੈਨੂੰ ਇਹ ਚੀਜ਼ ਚਾਹੀਦੀ, ਰੋਟੀ ਪਾਣੀ ਤਿਆਰ। ਉਹ ਇਹਨਾਂ ਦੂਜਿਆਂ ਨੇ ਉਲਝਾ ਛੱਡਿਆ ਅਤੇ ਉਹ ਆਪਣੇ ਪਤੀ ਦਾ ਕੰਮ ਹੀ ਵਿਸਰ ਗਿਆ ਵੀ ਉਹ ਕੀ ਕਹਿ ਗਿਆ ਸੀ। ਇਸੇ ਤਰ੍ਹਾਂ ਰੱਬ ਨੇ ਸਾਨੂੰ ਕਿਹਾ ਵੀ ਤੁਸੀਂ ਬੰਦਗੀ ਕਰਨੀ ਹੈ, ਸਾਨੂੰ ਉਹ ਕੰਮ ਵਿਸਰ ਹੀ ਗਿਆ, ਪਤੀ ਵਾਲਾ ਕੰਮ ਵਿਸਰ ਹੀ ਗਿਆ ਹੈ। ਬਸ ਅਸੀਂ ਅਵਿਦਿਆ ਦੇ ਵਿੱਚ, ਦੇਹ ਅਧਿਆਸ ਦੇ ਵਿੱਚ ਅਤੇ ਇਹਨਾਂ ਕੰਮਾਂ ਦੇ ਵਿੱਚ ਹੀ ਉਲਝ ਗਏ। ਆਪਣੇ ਪਤੀ ਦਾ, ਆਪਣੇ ਪਰਮੇਸ਼ਵਰ ਦਾ, ਵਾਹਿਗੁਰੂ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਸਤ ਸੰਗਤ ਵਿੱਚ ਆਉਣਾ, ਇਹ ਜਿਹੜਾ ਕਾਰਜ ਸੀ ਸਾਡਾ ਇਹ ਭੁੱਲ ਗਿਆ। ਬਾਣੀ ਵਿੱਚ ਮਹਾਰਾਜ ਨੇ ਆਖਿਆ, ਧਰ ਜੀ ਹਰੇਕ ਟੇਕ ਤੂੰ ਲਾਏ ਵਿਡਾਨੀ, ਆਸ ਨਾਨਕ ਨਾਮ ਧਿਆਈਐ, ਕਾਰਜ ਆਵੈ ਰਸ। ਉਹੀ ਕਾਰਜ ਦੀ ਗੱਲ ਕੀਤੀ ਹੈ, ਜਿਹੜਾ ਕਾਰਜ ਸਾਨੂੰ ਕਰਨਾ ਚਾਹੀਦਾ, ਜਿਹੜਾ ਪਤੀ ਦਾ ਕਾਰਜ ਹੈ ਉਹ ਹੈ ਵਾਹਿਗੁਰੂ ਦੀ ਬੰਦਗੀ ਕਰਨੀ, ਸਿਮਰਨ ਕਰਨਾ। ਉਹ ਕਾਰਜ ਰਾਸ ਆਵੇਗਾ ਜਦੋਂ ਆਪਾਂ ਉਹਦੇ ਮਿਲਾਪ ਦਾ ਕਾਰਜ ਵਾਹਿਗੁਰੂ ਦੇ ਨਾਲ, ਉਹ ਸਾਡੇ 'ਤੇ ਕਿਵੇਂ ਖੁਸ਼ ਹੋਵੇਗਾ। ਪਤੀ ਖੁਸ਼ ਕਦੋਂ ਹੋਵੇਗਾ ਵੀ ਘਰ ਵਿੱਚ ਆਇਆ ਹੈ, ਪਤਨੀ ਨੇ ਜੋ ਪਦਾਰਥ ਇਤਿਆਦਿਕ ਉਹਨੂੰ ਚਾਹੀਦੀ ਸੀ, ਘਰ ਦੀ ਸਾਫ਼ ਸਫਾਈ ਕੀਤੀ ਹੋਈ ਹੈ, ਲੰਗਰ ਪ੍ਰਸ਼ਾਦਾ ਉਹਦੇ ਆਉਣ ਤੋਂ ਪਹਿਲਾਂ ਤਿਆਰ ਹੈ, ਉਹ ਖੁਸ਼ ਹੋ ਗਿਆ ਵੇਖ ਕੇ। ਇਸੇ ਤਰ੍ਹਾਂ ਵਾਹਿਗੁਰੂ ਸਾਨੂੰ ਕਿਵੇਂ ਮਿਲੇਗਾ ਜਦੋਂ ਆਪਾਂ ਆਪਣੇ ਜੀਵਨ ਨੂੰ ਸਵਾਰ ਲਵਾਂਗੇ।
ਉਹਦੇ ਹੁਕਮ ਦੇ ਵਿੱਚ ਚੱਲਾਂਗੇ, ਪਰ ਉਹ ਤਾਂ ਸਾਨੂੰ ਵਿਸਰ ਗਿਆ, ਕਿਉਂਕਿ ਸਾਨੂੰ ਇਹ ਜਿਹੜੇ ਉੱਤੇ ਰਿਸ਼ਤੇ ਦੱਸੇ ਨੇ ਇਹਨਾਂ ਨੇ ਉਲਝਾ ਦਿੱਤਾ। ਇਹਨਾਂ ਦੇ ਉਲਝਾਣ ਕਰਕੇ ਸਾਨੂੰ ਆਪਣਾ ਪਤੀ ਭੁੱਲ ਗਿਆ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਵਿਧ ਰਹਿਣ ਰਹੋ ਰੇ। ਕਿਹੜੀ ਵਿਧੀ ਨਾਲ ਹੁਣ ਮੈਂ ਆਪਣੇ ਪਤੀ ਨਾਲ ਰਵਾਂ, ਕਿਉਂਕਿ ਉਹਦਾ ਤਾਂ ਮੈਂ ਕਹਿਣਾ ਮੰਨਿਆ ਹੀ ਨਹੀਂ ਹੈ, ਜਿਸ ਕਰਕੇ ਮੇਰਾ ਉਹਦੇ ਨਾਲ ਮਿਲਾਪ ਹੋਵੇ, ਉਹਦੇ ਨਾਲ ਮੇਰਾ ਰਹਿਣਾ ਬਣੇ। ਸੇਜੈ ਰਮਤ ਨੈਣੀ ਪੇਖੋਂ ਇਹ ਦੁਖ ਕਾ ਸੋ ਕਹੋ ਰੇ। ਉਹ ਤਾਂ ਮੇਰੇ ਹਿਰਦੇ ਵਿੱਚ ਹੀ ਹੈ, ਹਿਰਦੇ ਦੀ ਸੇਜਾ 'ਤੇ ਬੈਠਾ ਹੈ, ਪਰ ਉਹ ਮੈਨੂੰ ਦਿਖਾਈ ਨਹੀਂ ਦੇ ਰਿਹਾ, ਉਹ ਮੈਨੂੰ ਦਿਖਾਈ ਨਹੀਂ ਦੇ ਰਿਹਾ। ਭਾਵ ਉਹ ਮੇਰੇ ਸਾਹਮਣੇ ਨਹੀਂ ਆ ਰਿਹਾ, ਮੇਰੇ ਨਾਲ ਮਿਲਾਪ ਨਹੀਂ ਹੋ ਰਿਹਾ। ਇਹ ਮੈਂ ਦੁੱਖ ਕਿਹਨੂੰ ਦੱਸਾਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਐਸੇ ਜਗਿਆਸੂ ਆਏ, ਉਹਨਾਂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਸਾਡੇ ਅੰਦਰ ਬੜੀ ਇੱਛਾ ਹੈ ਵੀ ਸਾਡਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋਵੇ, ਸੁਰਤ ਸ਼ਬਦ ਵਿੱਚ ਲੀਨ ਹੋਵੇ। ਮਹਾਰਾਜ ਬਾਣੀ ਵੀ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ ਅਤੇ ਰੱਬ ਦੇ ਕੌਤਕ ਸੁਣਦੇ ਵੀ ਹਾਂ, ਪਰ ਸਾਨੂੰ ਉਹ ਸਵਾਦ ਨਹੀਂ ਆ ਰਿਹਾ, ਉਹ ਰਸ ਨਹੀਂ ਆ ਰਿਹਾ ਬੰਦਗੀ ਦਾ ਜੋ ਸਾਨੂੰ ਚਾਹੀਦਾ ਹੈ। ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਬਚਨ ਆਖੇ ਨੇ ਬਾਣੀ ਦੇ ਵਿੱਚ, ਦਿਸੈ ਸੁਣੀਐ ਜਾਣੀਐ ਸੁਆਓ ਨਾ ਪਾਇਆ ਜਾਏ। ਉਹ ਗੁਰਮੁਖ ਕਹਿੰਦੇ ਨੇ ਸੁਣਦੇ ਹਾਂ, ਵੇਖਦੇ ਵੀ ਹਾਂ, ਰੱਬ ਵਰਤ ਰਿਹਾ ਸਾਹਮਣੇ ਪ੍ਰਤੱਖ ਦੁਨੀਆ ਦੇ ਵਿੱਚ, ਉਹਦੇ ਸਾਰੇ ਕੌਤਕ ਹੋ ਰਹੇ ਨੇ, ਔਰ ਗੁਰਮੁਖਾਂ ਕੋਲੋਂ ਸੁਣਦੇ ਵੀ ਹਾਂ, ਤੁਹਾਡੀ ਰਸਨਾ ਤੋਂ ਵੀ ਗੁਰੂ ਮਹਾਰਾਜ ਸੁਣਦੇ ਹਾਂ, ਔਰ ਸਾਨੂੰ ਇਸ ਗੱਲ ਦਾ ਪਤਾ ਵੀ ਹੈ ਕਿ ਸਾਰਾ ਕੁਝ ਰੱਬ ਕਰ ਰਿਹਾ ਹੈ, ਪਰ ਸਾਨੂੰ ਉਹ ਸਵਾਦ ਨਹੀਂ ਆ ਰਿਹਾ ਵੀ ਇਹ ਜਿਵੇਂ ਰੱਬ ਵਰਤ ਰਿਹਾ ਹੈ, ਉਹਦੇ ਬਾਰੇ ਆਪਾਂ ਸੁਣਦੇ ਤਾਂ ਜ਼ਰੂਰ ਹਾਂ, ਸਾਰਾ ਕੁਝ ਰੱਬ ਕਰ ਰਿਹਾ, ਪਰ ਆਪਾਂ ਨੂੰ ਉਹ ਰਸ ਨਹੀਂ ਆ ਰਿਹਾ ਉਹਦੇ ਕਰਨ ਦਾ। ਦਿਸੈ ਸੁਣੀਏ ਜਾਣੀਏ ਸੁਆਓ ਨਾ ਪਾਇਆ ਜਾਏ। ਤੇ ਮਹਾਰਾਜ ਕਹਿੰਦੇ, ਰੂਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਧਾਏ। ਤਿੰਨ ਔਗਣ ਨੇ ਮਹਾਰਾਜ ਕਹਿੰਦੇ ਜੀਵ ਦੇ ਵਿੱਚ, ਜਿਸ ਕਰਕੇ ਰੱਬੀ ਮਿਲਾਪ ਨਹੀਂ ਹੋ ਰਿਹਾ। ਤਿੰਨ ਔਗਣ ਨੇ, ਜਿਵੇਂ ਸਾਡੀ ਇਸ ਬਾਡੀ ਦੇ ਵਿੱਚ, ਇਸ ਸਰੀਰ ਦੇ ਵਿੱਚ ਤਿੰਨ ਔਗਣ ਹੋਣ। ਕਿਹੜਾ? ਇੱਕ ਤਾਂ ਸਾਡੇ ਪੈਰ ਨਾ ਹੋਣ ਦੋਵੇਂ, ਦੂਜਾ ਸਾਡੀਆਂ ਬਾਹਾਂ ਨਾ ਹੋਣ, ਤੀਸਰਾ ਸਾਡੀਆਂ ਅੱਖਾਂ ਨਾ ਹੋਣ। ਅਸੀਂ ਵੇਖੋ, ਸਾਡੀ ਮਾਂ ਹੈ, ਪਿਓ ਹੈ, ਭਰਾ ਹੈ, ਭੈਣ ਹੈ, ਮਿੱਤਰ ਪਿਆਰਾ ਹੈ, ਆਪਾਂ ਉਹਨੂੰ ਕਿਵੇਂ ਗਲਵੱਕੜੀ 'ਚ ਲੈ ਸਕਦੇ ਹਾਂ? ਕਿਉਂਕਿ ਸਾਡਾ ਸਰੀਰ ਹੀ ਮੁਕੰਮਲ ਨਹੀਂ, ਨਾ ਸਾਡੇ ਕੋਲ ਬਾਹਾਂ ਨੇ, ਨਾ ਸਾਡੇ ਕੋਲ ਲੱਤਾਂ ਨੇ, ਪੈਰ ਨੇ ਵੀ ਤੁਰ ਕੇ ਉੱਥੇ ਜਾ ਸਕੀਏ, ਅਤੇ ਨਾ ਬਾਹਾਂ ਨੇ ਉਲਾਰ ਸਕੀਏ ਵੀ ਉਹਨੂੰ ਪਤਾ ਲੱਗ ਜੇ ਵੀ ਇਹ ਮੈਨੂੰ ਮਿਲਣਾ ਚਾਹੁੰਦਾ, ਗਲਵੱਕੜੀ 'ਚ ਲੈਣਾ ਚਾਹੁੰਦਾ ਹੈ, ਅਤੇ ਨਾ ਸਾਨੂੰ ਅੱਖਾਂ ਨਾਲ ਦਿਸ ਰਿਹਾ ਵੀ ਸਾਡੇ ਸਾਹਮਣੇ ਹੈ ਕੌਣ। ਦਿਸੈ ਸੁਣੀਏ ਜਾਣੀਏ ਸੁਆਓ ਨਾ ਪਾਇਆ ਜਾਏ। ਰੂਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਧਾਏ। ਲੁੱਲਾ ਹੋਵੇ, ਟੁੰਡਾ ਹੋਵੇ, ਅੰਨਾ ਹੋਵੇ, ਉਹ ਕਿਵੇਂ ਉਹਦੇ ਗਲ ਲੱਗ ਸਕਦਾ? ਭਾਵ ਗਲਵੱਕੜੀ ਦਾ ਰਸ ਨਹੀਂ ਲੈ ਸਕਦਾ। ਸਾਡੇ ਅੰਦਰ ਇਹ ਤਿੰਨ ਔਗਣ ਨੇ। ਅਸੀਂ ਅਧਿਆਤਮਕ ਤੌਰ 'ਤੇ ਲੁੱਲੇ ਵੀ ਹਾਂ, ਟੁੰਡੇ ਵੀ ਹਾਂ, ਔਰ ਅੰਨੇ ਵੀ ਹਾਂ। ਸਾਡੇ ਕੋਲ ਅਧਿਆਤਮਕ ਪੈਰ ਨਹੀਂ ਹਨ, ਅਧਿਆਤਮਕ ਬਾਹਾਂ ਨਹੀਂ ਹਨ, ਅਧਿਆਤਮਕ ਅੱਖਾਂ ਨਹੀਂ, ਜਿਨ੍ਹਾਂ ਨਾਲ ਰੱਬ ਮਿਲਦਾ ਹੈ। ਉਹਦਾ ਉੱਤਰ ਦਿੱਤਾ ਮਹਾਰਾਜ ਨੇ ਬਾਣੀ ਦੇ ਵਿੱਚ ਅੱਗੇ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਮਹਾਰਾਜ ਕਹਿੰਦੇ ਪੈਰ ਕਿਹੜੇ ਚਾਹੀਦੇ ਨੇ? ਭੈ ਦੇ ਵਿੱਚ ਆ ਜਾ। ਆਪਣਾ ਜੀਵਨ ਆਪਾਂ ਜਿਹੜਾ ਬਤੀਤ ਕਰਨਾ ਉਹਦੇ ਡਰ ਵਿੱਚ ਚੱਲੀਏ, ਕਿਉਂਕਿ ਪੈਰਾਂ ਨਾਲ ਤੁਰਿਆ ਜਾਂਦਾ ਨੇ। ਜਿਹੜਾ ਬੰਦਾ ਰੱਬ ਦੇ ਡਰ ਵਿੱਚ ਚੱਲ ਰਿਹਾ ਹੈ ਉਹ ਰੱਬ ਦੇ ਨੇੜੇ ਜ਼ਰੂਰ ਹੋਵੇਗਾ। ਭੈ ਕੇ ਚਰਨ ਕਾਰ ਭਾਵ ਕੇ, ਕਰ ਨਾਮ ਹੈ ਹੱਥਾਂ ਦਾ, ਕਰਮ ਸ਼ਬਦ ਵੀ ਇੱਥੋਂ ਹੀ ਬਣਦਾ ਹੈ, ਕਿਉਂਕਿ ਆਪਣੀ ਸਭ ਨਾਲੋਂ ਜਿਹੜੀ ਕਰਮ ਦੀ ਕਿਰਿਆ ਹੱਥਾਂ ਨਾਲ ਹੈ। ਆਪਾਂ ਜੋ ਵੀ ਕਰਮ ਕਰਦੇ ਹਾਂ ਬਹੁਤਾਤ ਗਿਣਤੀ ਵਿੱਚ ਹੱਥਾਂ ਨਾਲ ਕਰਦੇ ਹਾਂ, ਅਤੇ ਕਰਮ
ਕਰ ਤੋਂ ਹੀ ਬਣਿਆ। ਕਰ ਨਾਮ ਹੱਥ ਦਾ ਹੈ, ਜੋ ਕਰ ਦੇ ਨਾਲ ਕੀਤਾ ਜਾਵੇ ਉਹਨੂੰ ਕਿਹਾ ਕਰਮ। ਜਿਹੜੇ ਹੱਥ ਨੇ ਬਾਹਾਂ ਨੇ ਕਿਹੜੀਆਂ ਨੇ? ਪ੍ਰੇਮ ਦੀਆਂ। ਕਰ ਭਾਵ ਕੇ ਲੋਇਣ ਸੁਰਤ ਕਰੇ। ਜਿਹੜੀ ਆਪਣੀਆਂ ਅੱਖਾਂ ਨੇ ਲੋਇਣਾ ਸੁਰਤ ਅੱਖਾਂ, ਉਹ ਆਪਣੀ ਡੂੰਘੀ ਸਮਝ ਧਿਆਨ ਆਪਣਾ ਬਾਣੀ ਵਿੱਚ ਜੋੜਨਾ ਹੈ। ਬਸ ਇਹ ਤਿੰਨ ਚੀਜ਼ਾਂ ਹੋਣਗੀਆਂ ਤੇ ਰੱਬ ਦਾ ਮਿਲਾਪ ਹੋ ਜਾਵੇਗਾ। ਇੱਕ ਰੱਬ ਦਾ ਡਰ, ਦੂਜਾ ਰੱਬ ਦਾ ਪਿਆਰ, ਔਰ ਤੀਜਾ ਸਮਝ ਬੜੀ। ਆਪਾਂ ਕੋਈ ਤੁਸੀਂ ਕੀਰਤਨ ਸੁਣੋ, ਕਥਾ ਸੁਣੋ, ਪਾਠ ਕਰੋ, ਉਹਦੇ ਵਿੱਚ ਤੁਹਾਡੀ ਸੁਰਤ ਹੋਣੀ ਚਾਹੀਦੀ ਜ਼ਰੂਰ, ਉਹਦੇ ਵਿੱਚ ਧਿਆਨ ਹੋਣਾ ਚਾਹੀਦਾ ਹੈ, ਵਰਨਾ ਗੱਲ ਨਹੀਂ ਬਣੇਗੀ। ਸੁਣੀ ਜਾਓ ਕੀਰਤਨ ਸਾਰੀ ਉਮਰ, ਪੜ੍ਹੀ ਜਾਓ ਬਾਣੀ, ਜੇਕਰ ਸਾਡਾ ਧਿਆਨ ਨਹੀਂ ਹੈ ਤਾਂ ਸਾਨੂੰ ਉਹਦਾ ਕੋਈ ਲਾਭ ਨਹੀਂ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਦੋਂ ਤੁਸੀਂ ਕਰ ਲਵੋਗੇ ਰੱਬ ਦਾ ਮਿਲਾਪ ਹੋ ਜਾਵੇਗਾ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਤੋਂ ਕੰਤ ਮਿਲਾਵਾ ਹੋਏ। ਤੋ ਸਾਹਿਬ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਇੱਥੇ ਫਰਮਾਨ ਕਰ ਰਹੇ ਹਨ ਕਿ ਸਾਡੇ ਜਿਹੜੇ ਸਰੀਰਕ ਇੰਦਰੀ ਨੇ ਉਹ ਸਾਨੂੰ ਉਲਝਾ ਦਿੱਤਾ, ਤੇ ਭਾਵੇਂ ਰੱਬ ਸਾਡੇ ਹਿਰਦੇ ਵਿੱਚ ਹੀ ਹੈ। ਸੇਜੈ ਰਮਤ ਨੈਣ ਨਹੀਂ ਪੇਖੋਂ, ਪਰ ਸਾਨੂੰ ਉਹ ਦਿਖਾਈ ਨਹੀਂ ਦੇ ਰਿਹਾ। ਇਹ ਦੁੱਖ ਕਿਹਦੇ ਕੋਲ ਜਾ ਕੇ ਦੱਸਿਆ ਜਾਵੇ? ਭਾਵ ਹੋਰ ਕੋਈ ਇਸ ਦੁੱਖ ਨੂੰ ਦੂਰ ਕਰਨ ਵਾਲਾ ਨਹੀਂ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਬਾਪ ਸਾਵਕਾ ਕਰੈ ਲੜਾਈ, ਮਾਇਆ ਸਦਮਤਵਾਰੀ। ਬਾਪ ਸਾਵਕਾ, ਇਹ ਸਰੀਰ ਸਾਵਕਾ ਜਿਹੜਾ ਸਾਡੇ ਨਾਲ ਹੀ ਜੰਮਿਆ ਹੈ, ਇਹ ਸਦਾ ਲੜਾਈ